ਹੈਲੋ ਫਰੈਂਡਸ, ਵੈਲਕਮ ਟੂ HC ਕਲਾਸਿਸ। HC ਕਲਾਸਿਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਕੋਆਪਰੇਟਿਵ ਬੈਂਕ ਦੇ ਐਗਜ਼ਾਮ ਦੀ ਡੇਟਸ ਨੇ ਜਿਹੜੀਆਂ ਆਊਟ ਹੋ ਚੁੱਕੀਆਂ ਨੇ, ਤਾਂ ਆਪਾਂ ਬੈਂਕਿੰਗ ਅਵੇਅਰਨੈਸ ਦੇ ਰਿਲੇਟਡ ਜਿੰਨੀ ਵੀ ਕੋਆਪਰੇਟਿਵ ਬੈਂਕ ਦੇ ਵਿੱਚ ਆਉਣ ਵਾਲੇ ਕੁਐਸਚਨਸ ਨੇ ਉਹਨਾਂ ਨੂੰ ਡਿਸਕਸ ਕਰਾਂਗੇ। ਇਸ ਤੋਂ ਪਹਿਲਾਂ 5 ਵੀਡੀਓਜ਼ ਆਲਰੇਡੀ ਬੈਂਕਿੰਗ ਅਵੇਅਰਨੈਸ ਪਲੇਲਿਸਟ ਦੇ ਵਿੱਚ ਐਡ ਹੋ ਚੁੱਕੀਆਂ ਸੀ। ਆਈ ਹੋਪ ਤੁਸੀਂ ਉਹ ਸਾਰੀਆਂ ਦੀਆਂ ਸਾਰੀਆਂ ਦੇਖ ਚੁੱਕੇ ਹੋ। ਜਿਹੜੇ ਮੇਰੇ ਫਰੈਂਡਸ ਨਵੇਂ ਜੁਆਇਨ ਕਰ ਰਹੇ ਨੇ, ਨਵੇਂ ਸਬਸਕ੍ਰਾਈਬ ਕਰ ਰਹੇ ਨੇ, ਨਵੇਂ ਮੇਰੇ ਚੈਨਲ ਨਾਲ ਜੁੜ ਰਹੇ ਨੇ, ਉਹ ਪਿਛਲੀਆਂ 5 ਵੀਡੀਓਜ਼ ਜ਼ਰੂਰ ਦੇਖਿਓ। ਅੱਜ ਦਾ ਲੈਕਚਰ ਸਟਾਰਟ ਕਰਨ ਲੱਗੇ ਆ 6ਵਾਂ ਲੈਕਚਰ ਨੈਗੋਸ਼ੀਏਬਲ ਇਨਸਟਰੂਮੈਂਟਸ ਦੇ ਉੱਪਰ। ਸੋ ਸਟਾਰਟ ਕਰਨ ਲੱਗੇ ਆ ਜੀ ਵੀਡੀਓ ਨੈਗੋਸ਼ੀਏਬਲ ਇਨਸਟਰੂਮੈਂਟਸ। ਨੈਗੋਸ਼ੀਏਬਲ ਇਨਸਟਰੂਮੈਂਟ ਹੁੰਦਾ ਕੀ ਹੈ ਜੀ? ਅਗਰ ਮੰਨ ਲਓ ਮੈਂ ਕਿਸੇ ਤੋਂ ਪੈਸੇ ਲੈਣੇ ਹੈ ਜਾਂ ਮੈਂ ਕਿਸੇ ਨੂੰ ਪੈਸੇ ਦੇਣੇ ਹੈ ਤਾਂ ਮੈਂ ਉਸਨੂੰ ਇੱਕ ਲਿਖਤੀ ਰੂਪ ਦੇ ਵਿੱਚ ਦੇ ਦੂੰਗਾ ਕਿ ਇੰਨੇ ਸਮੇਂ ਬਾਅਦ ਮੈਂ ਤੁਹਾਨੂੰ ਪੈਸੇ ਤੁਹਾਡੇ ਦੇਣਦਾਰ ਹਾਂ ਜੀ, ਜਾਂ ਮੈਂ ਤੁਹਾਡੇ ਤੋਂ ਪੈਸੇ ਲੈ ਲਵਾਂਗਾ। ਸੋ ਇੱਕ ਤਰ੍ਹਾਂ ਦਾ ਪ੍ਰੋਮਿਸ ਹੁੰਦਾ ਹੈ, ਇੱਕ ਤਰ੍ਹਾਂ ਦਾ ਜੋ ਪਰਸਨ ਜਿਸਨੇ ਪੈਸੇ ਦੇਣੇ ਹੈ ਔਰ ਜਿਸਨੇ ਪਰਸਨ ਨੇ ਪੈਸੇ ਲੈਣੇ ਹੈ, ਉਹਨਾਂ ਦੋਨਾਂ ਦੇ ਵਿਚਾਲੇ ਇੱਕ ਐਗਰੀਮੈਂਟ ਹੁੰਦਾ ਹੈ। ਇਸ ਚੀਜ਼ ਨੂੰ ਆਪਾਂ ਬੋਲਦੇ ਆ ਨੈਗੋਸ਼ੀਏਬਲ ਇਨਸਟਰੂਮੈਂਟਸ। So a negotiable instrument is a signed document that promises a sum of payment to a specified person or the assignee. So negotiable instrument ਕੀ ਹੈ ਜੀ? ਇੱਕ ਤਰ੍ਹਾਂ ਦਾ signed document ਹੈ ਜਿਸ ਦੇ ਵਿੱਚ ਇੱਕ ਵਿਅਕਤੀ ਦੂਜੇ ਵਿਅਕਤੀ ਨੂੰ ਜਿਹੜੀ ਪੇਮੈਂਟ ਹੈ ਉਹ ਦੇਣ ਦਾ ਪ੍ਰੋਮਿਸ ਕਰਦਾ ਹੈ। A transferable signed document that promises to pay the bearer a sum of money at a future date or on demand. ਇੱਕ ਤਰ੍ਹਾਂ ਦਾ ਸਾਈਨ ਕੀਤਾ ਹੋਇਆ ਡਾਕੂਮੈਂਟ ਹੈ ਜਿਸ ਦੇ ਵਿੱਚ ਇੱਕ ਤਰ੍ਹਾਂ ਦਾ ਪ੍ਰੋਮਿਸ ਕੀਤਾ ਗਿਆ ਹੈ ਕਿ ਜਿੰਨੇ ਪੈਸੇ ਇਸ ਦੇ ਵਿੱਚ ਲਿਖੇ ਨੇ ਉਹ ਤੁਹਾਨੂੰ ਫਿਊਚਰ ਡੇਟ ਯਾਨੀ ਕਿ ਆਉਣ ਵਾਲੀ ਤਰੀਕ ਨੂੰ ਮਿਲ ਜਾਣਗੇ ਜਾਂ ਫਿਰ ਔਨ ਡਿਮਾਂਡ ਮਿਲ ਜਾਣਗੇ। ਮੰਨ ਲਓ ਸਪੋਜ਼ ਕਰੋ ਮੈਂ ਕਿਸੇ ਨੂੰ ਪੇਮੈਂਟ ਕਰਨੀ ਹੈ, ਮੈਂ ਉਸ ਨੂੰ ਇੱਕ ਪ੍ਰੋਮਿਸਲੀ ਨੋਟ ਦੇਤਾ, ਇੱਕ ਨੈਗੋਸ਼ੀਏਬਲ ਇੰਸਟਰੂਮੈਂਟ ਦੇਤਾ ਜਿਸ ਦੇ ਉੱਤੇ ਮੈंने ਡੇਟ ਆਉਣ ਵਾਲੇ 2 ਮਹੀਨਿਆਂ ਦੀ ਪਾਤੀ। ਸੋ ਇਹਦਾ ਮਤਲਬ ਕੀ ਹੈ ਕਿ ਉਹ 2 ਮਹੀਨਿਆਂ ਬਾਅਦ ਉਹਨਾਂ ਨੂੰ ਪੈਸੇ ਮਿਲ ਜਾਣਗੇ ਉਸ ਚੀਜ਼ ਦਾ ਮੈंने ਪ੍ਰੋਮਿਸ ਕੀਤਾ ਹੈ। ਜਾਂ ਫਿਰ ਅਗਰ ਮੈਂ ਉਹਨਾਂ ਨੂੰ ਬਲੈਂਕ ਦੇ ਦਾਂ ਤਾਂ ਕਿ ਉਹਦੇ ਉੱਤੇ ਡੇਟ ਕੁਛ ਨਾ ਪਾਵਾਂ ਔਰ ਉਹਨਾਂ ਨੂੰ ਮੈਂ ਕਹਾਂ ਕਿ ਜਦੋਂ ਤੁਹਾਨੂੰ ਬਈ ਲੋੜ ਹੋਊਗੀ, ਤੁਹਾਡੀ ਡਿਮਾਂਡ ਹੋਊਗੀ, ਤੁਸੀਂ ਮੈਨੂੰ ਦੱਸ ਦਿਓ, ਮੈਂ ਉਹਨੇ ਤਰੀਕ ਦੀ ਡੇਟ ਪਾ ਕੇ ਦੇ ਦੂੰਗਾ। ਇਸ ਚੀਜ਼ ਨੂੰ ਆਪਾਂ ਬੋਲਦੇ ਹਾਂ ਨੈਗੋਸ਼ੀਏਬਲ ਇੰਸਟਰੂਮੈਂਟ। The payee, who is the person receiving the payment, must be named or otherwise indicated on the instrument. जिस व्यक्ति ਦੇ ਨਾਮ ਤੇ ਆਪਾਂ ਪੈਸੇ ਦੇਣੇ ਨੇ, ਮੰਨ ਲਓ ਰਾਮ ਨੇ ਸ਼ਾਮ ਨੂੰ ਪੈਸੇ ਦੇਣੇ ਨੇ, ਤਾਂ ਸ਼ਾਮ ਦਾ ਨਾਮ ਉਸ ਡਾਕੂਮੈਂਟ ਦੇ ਉੱਤੇ ਮੈਂਸ਼ਨ ਹੋਣਾ ਚਾਹੀਦਾ ਹੈ ਕਿ ਹਾਂ ਵੀ ਇਹ ਬੰਦੇ ਨੂੰ ਪੇਮੈਂਟ ਹੈ ਜਿਹੜੀ ਉਹ ਮਿਲੇਗੀ, ਜਾਂ ਤਾਂ ਔਨ ਡਿਮਾਂਡ ਮਿਲੇਗੀ ਜਾਂ ਫਿਰ ਕਿਸੇ ਫਿਊਚਰ ਦੀ ਤਰੀਕ ਨੂੰ ਮਿਲ ਜਾਏਗੀ। ਕਾਮਨ ਐਗਜ਼ਾਮਪਲਸ ਨੇ ਜੀ ਨੈਗੋਸ਼ੀਏਬਲ ਇੰਸਟਰੂਮੈਂਟ ਦੀਆਂ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਬਿਲ ਆਫ ਐਕਸਚੇਂਜ, ਪ੍ਰੋਮਿਸਰੀ ਨੋਟ ਐਂਡ ਚੈਕਸ। ਇਹ ਨੈਗੋਸ਼ੀਏਬਲ ਇੰਸਟਰੂਮੈਂਟਸ ਹੁੰਦੇ ਨੇ ਜੀ, 3 ਤਰ੍ਹਾਂ ਦੇ ਹੁੰਦੇ ਨੇ, ਪ੍ਰੋਮਿਸਰੀ ਨੋਟਸ, ਬਿਲ ਆਫ ਐਕਸਚੇਂਜ ਐਂਡ ਚੈਕਸ। ਸੋ ਆਪਾਂ ਹੁਣ ਇਕੱਲੇ ਜੋ ਨੈਗੋਸ਼ੀਏਬਲ ਇੰਸਟਰੂਮੈਂਟ ਹੈ ਉਹਨਾਂ ਨੂੰ ਡਿਟੇਲ ਦੇ ਵਿੱਚ ਸਿੱਖਾਂਗੇ। ਪਹਿਲਾਂ ਆਪਾਂ ਸਟਾਰਟ ਕਰਾਂਗੇ ਜੀ ਪ੍ਰੋਮਿਸਰੀ ਨੋਟਸ ਤੋਂ। ਸੋ ਪ੍ਰੋਮਿਸਰੀ ਨੋਟ ਯਾਨੀ ਕਿ ਪ੍ਰੋਮਿਸ ਤੋਂ ਹੀ ਪਤਾ ਲੱਗਦਾ ਜੀ। ਪ੍ਰੋਮਿਸਰੀ ਯਾਨੀ ਕਿ ਇਹਨੂੰ ਪੰਜਾਬੀ ਚ ਆਪਾਂ ਕਹਿੰਦੇ ਆ ਪ੍ਰਨੋਟ ਭਰ ਕੇ ਦੇਤਾ ਬਈ, ਇਸ ਚੀਜ਼ ਨੂੰ ਆਪਾਂ ਬੋਲਦੇ ਹਾਂ ਪ੍ਰੋਮਿਸਰੀ ਨੋਟਸ। ਸੋ ਜਿਸ ਤਰ੍ਹਾਂ ਕਿ ਤੁਸੀਂ ਫਾਰਮੈਟ ਦੇਖ ਰਹੇ ਹੋ ਪ੍ਰੋਮਿਸਰੀ ਨੋਟ ਦਾ, ਰਾਜ ਕੁਮਾਰ ਕੀ ਹੈ? ਪ੍ਰੋਮਿਸਰ ਹੈ। ਇਹ ਕਹਿੰਦਾ ਜੀ ਮੈਂ 50,000 ਰੁਪਏ ਤੁਹਾਡਾ ਦੇਣਦਾਰ ਹਾਂ। ਇਹਨਾਂ ਦਾ ਐਡਰੈਸ ਲਿਖਿਆ ਹੋਇਆ ਹੈ, ਸਾਰਾ ਕੁਝ ਨੋਟ ਕੀਤਾ ਹੋਇਆ ਤੇ ਸਟੈਂਪ ਲੱਗੀ ਹੋਏਗੀ 6 months ਆਫਟਰ ਡੇਟ। ਜਿੰਨੀ ਤਰੀਕ ਪਾਈ ਹੈ, ਜਿਸ ਤਰ੍ਹਾਂ 3 ਨਵੰਬਰ 2017 ਪਾਈ ਹੈ, ਤਾਂ ਜਾਨੀ ਕਿ ਅੱਜ ਦੀ ਡੇਟ ਤੋਂ 6 ਮਹੀਨਿਆਂ ਬਾਅਦ I promise to pay Mr. ਰਾਹੁਲ ਸੋਨੀ, ਮੈਂ ਪ੍ਰੋਮਿਸ ਕਰਦਾ ਹਾਂ ਕਿ ਮੈਂ ਪੇਮੈਂਟ ਕਰਨੀ ਹੈ ਰਾਹੁਲ ਸੋਨੀ ਨੂੰ, ਔਰ देयर ਆਰਡਰ ਅ ਸਮ ਆਫ ₹50,000 ਫॉर ਵੈਲਿਊ ਰਿਸੀਵਡ। ਜੋ ਇਹਨਾਂ ਨੇ ਕੋਈ ਚੀਜ਼ ਵਪਾਰ ਕੀਤਾ ਹੋਣਾ, ਲੈਟ ਅਸ ਸਪੋਜ਼ ਜੋ ਪਰਸਨ ਹੈ ਰਾਹੁਲ ਸੋਨੀ, ਉਹਨਾਂ ਨੇ ਰਾਜਕੁਮਾਰ ਨੂੰ ਕੋਈ ਸਮਾਨ ਭੇਜਿਆ ਹੋਣਾ ਜਿਸ ਦੀ ਪੇਮੈਂਟ 50,000 ਹੈ। ਰਾਜਕੁਮਾਰ ਜੀ ਕਹਿੰਦੇ ਮੇਰੇ ਕੋਲ ਹੁਣ ਤਾਂ ਪੈਸੇ ਹੈ ਨਹੀਂ, ਮੈਂ ਤੈਨੂੰ 6 ਮਹੀਨਿਆਂ ਬਾਅਦ ਪੇਮੈਂਟ ਕਰ ਦੂੰਗਾ। ਸੋ ਇੱਥੇ ਇਸ ਚੀਜ਼ ਦਾ ਪ੍ਰਨੋਟ ਭਰਵਾ ਕੇ ਰੱਖ ਲੈਣਗੇ ਕੌਣ? ਰਾਹੁਲ ਸੋਨੀ ਜੀ, ਜਿਨ੍ਹਾਂ ਨੇ ਪੈਸੇ ਲੈਣੇ। ਉਸ ਦੇ ਉੱਤੇ ਸਟੈਂਪ ਲੱਗੀ ਹੋਏਗੀ ਐਂਡ ਸਾਈਨ ਕੀਤੇ ਹੋਣਗੇ ਰਾਜਕੁਮਾਰ ਜੀ ਨੇ, ਜੋ ਪੈਸੇ ਦੇਣਦਾਰ ਨੇ। ਜੋ ਪਰਸਨ ਪੈਸੇ ਦਿੰਦਾ ਹੈ ਜਾਂ ਪ੍ਰਨੋਟ ਭਰ ਕੇ ਦਿੰਦਾ ਹੈ ਉਸਨੂੰ ਆਪਾਂ ਬੋਲਦੇ ਹਾਂ ਪ੍ਰੋਮਿਸਰ। ਐਂਡ ਜਿਸ ਵਿਅਕਤੀ ਦੇ ਨਾਮ ਤੇ ਪ੍ਰਨੋਟ ਬਣਾਇਆ ਗਿਆ ਹੁੰਦਾ ਹੈ ਕਿ ਜਿਸ ਨੂੰ ਪੈਸੇ ਮਿਲਣੇ ਨੇ, that is called promisee। ਸੋ ਪ੍ਰਨੋਟ ਹੁੰਦਾ ਕੀ ਹੈ, ਇਹਨੂੰ ਆਪਾਂ ਹੁਣ ਡੈਫੀਨੇਸ਼ਨ ਦੇ ਵਿੱਚ ਦੇਖਾਂਗੇ।
ਹੁਣ ਆਪਾਂ ਇਸ ਦਾ ਫਾਰਮੈਟ ਸਮਝ ਚੁੱਕੇ ਹਾਂ ਤਾਂ ਆਪਾਂ ਨੂੰ ਕਾਫੀ ਗੱਲਾਂ ਕਲੀਅਰ ਹੋ ਚੁੱਕੀਆਂ ਨੇ ਕਿ ਪ੍ਰਨੋਟ ਦਾ ਫਾਰਮੈਟ ਕਿਸ ਤਰ੍ਹਾਂ ਦਾ ਹੁੰਦਾ ਹੈ। ਤਾਂ ਆਪਾਂ ਦੇਖਦੇ ਹਾਂ ਇਸਦੀ ਡੈਫੀਨੇਸ਼ਨ ਕੀ ਹੈ। A promissory note refers to a written promise to its holder by an entity or by an individual to pay a certain sum of money by a pre-decided date. So ਪ੍ਰਨੋਟ ਕੀ ਹੈ ਜੀ, ਇੱਕ ਤਰ੍ਹਾਂ ਦਾ ਰਿਟਨ ਐਗਰੀਮੈਂਟ ਹੈ ਜੋ ਕਿ ਇੱਕ ਦੂਸਰੇ ਪਰਸਨ ਦੇ ਨਾਮ ਤੇ ਕੱਟਿਆ ਜਾਂਦਾ ਹੈ ਔਰ ਉਸ ਦੇ ਵਿੱਚ ਮੈਂਸ਼ਨ ਕੀਤਾ ਜਾਂਦਾ ਹੈ ਕਿ ਅਸੀਂ ਇੰਨੀ ਤਰੀਕ ਤੋਂ ਬਾਅਦ ਕਿੰਨੀ ਤਰੀਕ ਤੱਕ ਇਹ ਤੁਸੀਂ ਪੇਮੈਂਟ ਲੈ ਸਕਦੇ। In other words, promissory note shows the amount which someone owes to you or you owe to someone together with the interest rate and the date of payment. Let us suppose ਰਾਮ ਨੇ ਸ਼ਾਮ ਨੂੰ ਕੋਈ ਸਮਾਨ ਭੇਜਿਆ ਤੇ ਸ਼ਾਮ ਨੇ ਉਸਦੀ ਪੇਮੈਂਟ ਕਰਨੀ ਹੈ ਬਟ ਸ਼ਾਮ ਕੋਲੇ ਹਲੇ ਪੇਮੈਂਟ ਹੈ ਨਹੀਂ ਤਾਂ ਸ਼ਾਮ ਉਸਨੂੰ ਪ੍ਰਨੋਟ ਭਰ ਕੇ ਦੇ ਦੇਗਾ ਕਿ ਮੈਂ ਤੈਨੂੰ 6 ਮਹੀਨਿਆਂ ਬਾਅਦ ਪੇਮੈਂਟ ਕਰੂੰਗਾ। ਹੋ ਸਕਦਾ ਹੈ ਰਾਮ ਉਸ ਤੋਂ ਉਸਦੇ ਉੱਤੇ ਵਿਆਜ ਵੀ ਲਵੇ ਤਾਂ ਜਿਹੜਾ ਪ੍ਰਨੋਟ ਭਰਿਆ ਜਾਏਗਾ ਉਹ ਵਿਦ ਇੰਟਰਸਟ ਵੀ ਹੋ ਸਕਦਾ ਹੈ, ਵਿਦਆਊਟ ਇੰਟਰਸਟ ਵੀ ਹੋ ਸਕਦਾ ਹੈ। ਇਹ ਉਹਨਾਂ ਦੇ ਵਿਚਾਲੇ ਆਪਸ ਵਿੱਚ ਮਿਊਚੁਅਲ ਅੰਡਰਸਟੈਂਡਿੰਗ ਹੈ ਕਿ ਉਹ ਇੱਕ ਦੂਸਰੇ ਤੋਂ ਵਿਆਜ ਲੈਣ ਦੇਣ ਕਰ ਰਹੇ ਨੇ ਜਾਂ ਨਹੀਂ ਕਰ ਰਹੇ। ਇसी तरह एग्जाम्पल लिखिए जी नीचे, A purchases from B Indian rupees 10,000 worth of goods, यानी कि A ने B तो 10,000 रुपए का सामान खरीदे। In case A is not able to pay the purchases in cash, मान लो A कहता है भी मेरे को हले कैश नहीं हैगा और doesn't want to do so, और ਜਾਂ ਫਿਰ ਉਹਨਾਂ ਨੂੰ ਕੈਸ਼ ਦੇਣਾ ਨਹੀਂ ਚਾਹੁੰਦਾ, he could give B a promissory note, ਤਾਂ A ਜਿਹੜਾ ਹੈ B ਨੂੰ ਇੱਕ ਪ੍ਰਨੋਟ ਭਰ ਕੇ ਦੇ ਸਕਦਾ ਹੈ। It is A's promise to B to pay B either on a specified date or on demand, ਜਾਂ ਤਾਂ ਇੱਕ ਪਾਰਟਿਕੂਲਰ ਡੇਟ ਨੂੰ ਵੀ ਭਾਈ ਇੰਨੀ ਤਰੀਕ ਨੂੰ ਤੈਨੂੰ ਪੈਸੇ ਮਿਲਣਗੇ ਉਸ ਤਰ੍ਹਾਂ ਦਾ ਪ੍ਰੋਮਿਸ ਹੋਏਗਾ, ਜਾਂ ਫਿਰ ਔਨ ਡਿਮਾਂਡ ਉਸ ਨੂੰ ਪੇਮੈਂਟ ਦੇ ਸਕਦਾ ਹੈ। ਇਸ ਤਰ੍ਹਾਂ ਦੇ ਪ੍ਰੋਮਿਸ ਨੂੰ ਆਪਾਂ ਬੋਲਦੇ ਹਾਂ ਜੀ ਪ੍ਰੋਮਿਸਰੀ ਨੋਟਸ। now friends, I hope ਤੁਹਾਨੂੰ ਪ੍ਰੋਮਿਸਰੀ ਨੋਟਸ ਬਾਰੇ ਪੂਰੀ ਦੀ ਪੂਰੀ ਜਾਣਕਾਰੀ ਮਿਲ ਚੁੱਕੀ ਹੋਏਗੀ। now ਹੁਣ ਆਪਾਂ ਅੱਗੇ ਸੈਕੰਡ ਟੌਪਿਕ ਤੇ ਚੱਲਦੇ ਹਾਂ ਜਿਸ ਦਾ ਨਾਮ ਹੈ ਬਿਲ ਆਫ ਐਕਸਚੇਂਜ। ਬਿਲ ਆਫ ਐਕਸਚੇਂਜ ਜਿਸ ਨੂੰ ਆਪਾਂ ਪੰਜਾਬੀ ਚ ਬੋਲ ਦਿੰਦੇ ਹਾਂ ਬਿਲਟੀ। ਸੋ ਇਹਦੇ ਬਾਰੇ ਆਪਾਂ ਹੁਣ ਡਿਸਕਸ ਕਰਾਂਗੇ ਕਿ ਬਿਲ ਆਫ ਐਕਸਚੇਂਜ ਹੁੰਦਾ ਕੀ ਹੈ। ਬਿਲ ਆਫ ਐਕਸਚੇਂਜ refer to a legally binding written document which instructs a party to pay a predetermined sum of money to the second or another party। ਇਹ ਵੀ ਇੱਕ ਤਰ੍ਹਾਂ ਦਾ ਪ੍ਰੋਮਿਸਰੀ ਨੋਟ ਵਰਗਾ ਹੀ ਹੁੰਦਾ ਹੈ। ਬਿਲਟੀ ਜਿਸ ਨੂੰ ਆਪਾਂ ਬੋਲ ਦਿੰਦੇ ਹਾਂ, ਇਹਦੇ ਵਿੱਚ ਕੀ ਹੈ, ਇਨਸਟਰਕਸ਼ਨ ਦਿੱਤੀਆਂ ਹੁੰਦੀਆਂ ਨੇ ਰਿਟਨ ਦੇ ਵਿੱਚ ਕਿ ਇੰਨੇ ਪੈਸੇ ਦੂਸਰੀ ਪਾਰਟੀ ਨੂੰ ਦੇਣੇ ਹਨ। ਜਿਸ ਤਰ੍ਹਾਂ ਕਿ ਪਹਿਲਾਂ ਆਪਾਂ ਇਸ ਦਾ ਫਾਰਮੈਟ ਦੇਖਦੇ ਹਾਂ, ਤੁਸੀਂ ਦੇਖ ਰਹੇ ਹੋ ਬਿਲ ਆਫ ਐਕਸਚੇਂਜ ਦੇ ਵਿੱਚ ਅਮਾਉਂਟ ਲਿਖੀ ਹੋਈ ਹੈ $5 ਲੱਖ। ਸੋ $5 ਲੱਖ ਨੇ ਜਿਹੜੇ ਉਹ 1 ਤਰੀਕ 1 ਜਨਵਰੀ ਐਂਡ ਡੇਟ ਕੁਝ ਵੀ ਹੋ ਸਕਦੀ ਹੈ। ਟਰਮ 1 month after the date paid to Mr. A on order the sum of rupees, ਇੱਥੇ 5 ਲੱਖ ਸੀ ਇੱਥੇ 50,000 ਹੈ, ਇਹ ਸੇਮ ਹੋਏਗੀ, ਵੈਲਿਊ ਅਲੱਗ-ਅਲੱਗ ਨਹੀਂ ਹੋਏਗੀ, ਇਹਨੂੰ ਕਰੈਕਟ ਕਰ ਲਾਂਗੇ 50,000 ਫॉर द वैल्यू रिसीव। ਇਸ ਦਾ ਮਤਲਬ ਕੀ ਹੈ ਕਿ ਜੋ ਸਮਾਨ ਸਾਨੂੰ 50,000 ਰੁਪਏ ਦਾ ਸਾਨੂੰ ਮਿਲਿਆ ਹੈ ਉਸ ਦੀ ਪੇਮੈਂਟ 1 ਮਹੀਨੇ ਬਾਅਦ ਹੋ ਜਾਏਗੀ। ਐਂਡ ਇਸ ਦੇ ਵਿੱਚ ਕੀ ਹੈ, ਅਸੈਪਟਡ ਸਾਈਨਡ ਡਰਾਈਜ਼ ਨੇਮ ਐਂਡ ਐਡਰੈਸ। ਜੋ ਬੰਦਾ ਪੈਸੇ ਦੇਗਾ ਉਸ ਦਾ ਨੇਮ ਐਡਰੈਸ ਔਰ ਜਿਸ ਬੰਦੇ ਦੇ ਖਾਤੇ ਦੇ ਵਿੱਚ ਪੈਸੇ ਜਾਣਗੇ ਉਸ ਦਾ ਨੇਮ ਐਂਡ ਐਡਰੈਸ ਇਸ ਦੇ ਉੱਤੇ ਲਿਖਿਆ ਹੋਏਗਾ, ਸਟੈਂਪ ਲੱਗੀ ਹੋਏਗੀ। that is called bill of exchange। just looks like promissory note, कोई ज्यादा डिफरेंस नहीं है, बस एक उसनु promissory note बोल देने और इसनु ਆਪਾਂ bill of exchange बोल देने। A bill of exchange is used in transactions pertaining to goods as well as services। it is signed by a party who owes money called a payer and the giver to a party entitled to receive money called a payee or seller, and thus this could be used for fulfilling the contract for payment। एक बंदा जो पैसे दे रहा है वो इस चीज ਨੂੰ ਬਣਾਏਗਾ ਬਿਲ ਆਫ ਐਕਸਚੇਂਜ ਨੂੰ, ਐਂਡ ਜਿਸ ਪਰਸਨ ਨੇ ਲੈਣੇ ਨੇ ਉਸ ਪਰਸਨ ਨੂੰ ਇਹ ਚੀਜ਼ ਮਿਲ ਜਾਏਗੀ। ਇੱਕ ਤਰ੍ਹਾਂ ਦਾ ਰਿਟਨ ਐਗਰੀਮੈਂਟ ਹੈ ਕਿ 1 ਮਹੀਨੇ ਬਾਅਦ ਤੁਹਾਨੂੰ ਪੈਸੇ ਮਿਲ ਜਾਣ। However, a seller could also endorse a bill of exchange and give it to someone else, thus passing such payment to some other party। For example, मैं इन्हू समझाना चाहना तो डिटेल च। एक पर्सन है A जिसने पैसे देने, उसने की किया बिल ऑफ एक्सचेंज बनाया। उस पर्सन ने बिल ऑफ एक्सचेंज बनाया B ਦੇ ਨਾਮ ਤੇ। ਹੁਣ ਮੰਨ ਲਓ B ਕਹਿੰਦਾ ਵੀ ਭਾਈ ਮੈਂ ਪੈਸੇ ਦੇਣੇ ਨੇ ਅੱਗੇ C ਨੂੰ, क्यों ना सीधे दी सीधी पेमेंट मैं A तो ही दवा दा।
ਸੋ ਬੀ ਕੀ ਕਰੇਗਾ, ਉਸ ਬਿਲ ਆਫ ਐਕਸਚੇਂਜ ਨੂੰ ਅੱਗੇ ਟ੍ਰਾਂਸਫਰ ਕਰ ਦੇਗਾ ਕਿਸ ਕੋਲ, ਸੀ ਕੋਲੇ। ਲੇਕਿਨ ਜਿਹੜਾ ਪ੍ਰੋਮਿਸਰੀ ਨੋਟ ਹੁੰਦਾ ਹੈ ਉਸ ਨੂੰ ਆਪਾਂ ਇੰਡੋਰਸ ਨਹੀਂ ਕਰ ਸਕਦੇ। ਜਿਸ ਬੰਦੇ ਦੇ ਨਾਮ ਤੇ ਪ੍ਰੋਮਿਸਰੀ ਨੋਟ ਹੈ ਉਸ ਨੂੰ ਹੀ ਪੈਸੇ ਮਿਲਣਗੇ। ਬਿਲ ਆਫ ਐਕਸਚੇਂਜ ਦੇ ਵਿੱਚ ਕੀ ਹੈ, ਇੱਕ ਪਰਸਨ ਦੂਸਰੀ ਪਾਰਟੀ ਦੇ ਨਾਮ ਤੇ ਬਿਲ ਆਫ ਐਕਸਚੇਂਜ ਕੱਢ ਸਕਦਾ ਹੈ ਔਰ ਉਹ ਪਾਰਟੀ ਉਸੇ ਬਿਲ ਆਫ ਐਕਸਚੇਂਜ ਨੂੰ ਕਿਸੇ ਥਰਡ ਪਾਰਟੀ ਦੇ ਨਾਮ ਤੇ ਅੱਗੇ ਫਾਰਵਰਡ ਕਰਵਾ ਸਕਦੀ ਹੈ। ਦਿਸ ਇਜ਼ ਦ ਮੇਜਰ ਡਿਫਰੈਂਸ ਬਿਟਵੀਨ ਪ੍ਰੋਮਿਸਰੀ ਨੋਟ ਐਂਡ ਦ ਬਿਲ ਆਫ ਐਕਸਚੇਂਜ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਬਿਲ ਆਫ ਐਕਸਚੇਂਜ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਸੋ ਨੈਕਸਟ ਆਪਾਂ ਚੱਲਾਂਗੇ ਨੈਕਸਟ ਚੈਕਸ ਦੇ ਉੱਪਰ। ਫਰੈਂਡਸ, ਚੈੱਕ ਆਪਾਂ ਡੇਲੀ ਰੂਟੀਨ ਦੇ ਵਿੱਚ ਯੂਜ਼ ਕਰਦੇ। ਚੈੱਕ ਇੱਕ ਤਰ੍ਹਾਂ ਦਾ ਨੈਗੋਸ਼ੀਏਬਲ ਇਨਸਟਰੂਮੈਂਟ ਹੈ ਜਿਸ ਦੇ ਵਿੱਚ ਰਿਟਨ ਦੇ ਵਿੱਚ ਮੈਂਸ਼ਨ ਹੁੰਦਾ ਹੈ ਕਿ ਕਿਸ ਪਰਸਨ ਦੇ ਨਾਮ ਤੇ ਆਪਾਂ ਚੈੱਕ ਕੱਟਣਾ ਚਾਹੁੰਦੇ ਹਾਂ। ਚੈੱਕ ਆਪਾਂ ਆਪਣੇ ਨਾਮ ਤੇ ਵੀ ਕੱਟ ਸਕਦੇ ਹਾਂ, ਕਿਸੇ ਦੇ ਨਾਮ ਤੇ ਵੀ ਕੱਟ ਸਕਦੇ ਹਾਂ। ਚੈੱਕ ਨੂੰ ਆਪਾਂ ਕਿਸੇ ਨੂੰ ਕੈਸ਼ ਚੈੱਕ ਵੀ ਦੇ ਸਕਦੇ ਹਾਂ ਤਾਂ ਕਿ ਉਹ ਬੰਦਾ ਉੱਥੋਂ ਜਾਏ ਬੈਂਕ ਦੇ ਵਿੱਚੋਂ ਔਰ ਕੈਸ਼ ਨਿਕਲਵਾ ਸਕਦਾ ਹੈ। ਜਾਂ ਫਿਰ ਆਪਾਂ ਚੈੱਕ ਹੈ ਜਿਹੜਾ ਅਕਾਊਂਟ ਪੇ ਵੀ ਦੇ ਸਕਦੇ ਹਾਂ ਕਿ ਜੋ ਪੈਸੇ ਨੇ ਉਹ ਸਿੱਧੇ ਤੋਂ ਸਿੱਧਾ ਅਕਾਊਂਟ ਦੇ ਵਿੱਚ ਹੀ ਟ੍ਰਾਂਸਫਰ ਹੋਣਗੇ। ਜਿਸ ਤਰ੍ਹਾਂ ਕਿ ਤੁਸੀਂ ਫਾਰਮੈਟ ਦੇਖ ਰਹੇ ਹੋ ਕਿ ਚੈੱਕ ਦਾ ਸਟੇਟ ਬੈਂਕ ਆਫ ਇੰਡੀਆ ਦਾ ਚੈੱਕ ਹੈ, ਇਸ ਦੇ ਵਿੱਚ ਰਾਈਟ ਸਾਈਡ ਤੇ ਟਾਪ ਕਾਲਮ ਦੇ ਉੱਤੇ ਡੇਟ ਬਣੀ ਹੋਈ ਹੈ। ਡੇਟ ਮੈਂਸ਼ਨਡ ਹੈ, ਆਪਾਂ ਡੇਟ ਪਾਵਾਂਗੇ। ਨੀਚੇ ਪੇ, ਜਿਸ ਪਰਸਨ ਦੇ ਨਾਮ ਤੇ ਆਪਾਂ ਚੈੱਕ ਕੱਟਣਾ ਚਾਹੁੰਦੇ ਹਾਂ ਉਸ ਪਰਸਨ ਦਾ ਨਾਮ ਇੱਥੇ ਨੋਟ ਕਰਾਂਗੇ, ਯਾਨੀ ਕਿ ਇਸ ਪਰਸਨ ਨੂੰ ਆਪਾਂ ਪੇ ਕਰਨਾ ਚਾਹੁੰਦੇ ਹਾਂ। ਅਮਾਉਂਟ ਲਿਖਾਂਗੇ ਰੁਪੀਸ ਦੇ ਵਿੱਚ ਐਂਡ ਉੱਤੇ ਅਮਾਉਂਟ ਲਿਖਾਂਗੇ ਆਪਾਂ ਨਿਊਮੈਰਿਕ ਫਿਗਰ ਦੇ ਵਿੱਚ। ਆਪਣਾ ਅਕਾਊਂਟ ਨੰਬਰ ਨੀਚੇ ਮੈਂਸ਼ਨ ਹੈ, ਆਪਾਂ ਸਿਗਨੇਚਰ ਕਰਦੇ ਹਾਂ। ਨੀਚੇ ਦੇਖੋ, ਤੁਸੀਂ ਦੇਖ ਰਹੇ ਹੋ ਲਾਸਟ ਦੇ ਵਿੱਚ ਚੈੱਕ ਨੰਬਰ ਜੋ ਕਿ 6 ਡਿਜਿਟਸ ਦਾ ਹੁੰਦਾ ਹੈ। ਨੀਚੇ MICR ਕੋਡ, ਮੈਗਨੈਟਿਕ ਇੰਕ ਕਰੈਕਟਰ ਰਿਕੋਗਨੀਸ਼ਨ ਕੋਡ ਜੋ ਕਿ 9 ਡਿਜਿਟਸ ਦਾ ਹੁੰਦਾ ਹੈ। RBI ਅਕਾਊਂਟ ਨੰਬਰ ਦੇ ਲਾਸਟ ਦੇ 6 ਡਿਜਿਟਸ ਲਿਖੇ ਹੁੰਦੇ ਨੇ ਐਂਡ ਟ੍ਰਾਂਜੈਕਸ਼ਨ ਕੋਡ, ਯਾਨੀ ਕਿ ਜੋ ਇਨਸਟਰੂਮੈਂਟ ਹੈ ਉਹ ਕਿਸ ਤਰ੍ਹਾਂ ਦਾ ਹੈ। ਜਿਸ ਤਰ੍ਹਾਂ ਕਿ ਸੇਵਿੰਗ ਅਕਾਊਂਟ ਵਾਸਤੇ 31 ਯੂਜ਼ ਹੁੰਦਾ ਹੈ, ਕਰੰਟ ਅਕਾਊਂਟ ਵਾਸਤੇ 29 ਯੂਜ਼ ਹੁੰਦਾ ਹੈ। ਇਹ ਸਾਰੇ ਦੇ ਸਾਰੇ ਬੈਂਕਸ ਦਾ ਅਲੱਗ-ਅਲੱਗ ਫਾਰਮੈਟ ਬਣਾਇਆ ਹੋਇਆ ਹੁੰਦਾ ਹੈ। ਸੋ ਚੈੱਕ ਨੰਬਰ, MICR ਕੋਡ, RBI ਅਕਾਊਂਟ ਨੰਬਰ ਐਂਡ ਟ੍ਰਾਂਜੈਕਸ਼ਨਲ ਕੋਡ। ਸੋ ਇਹ ਹੈ ਆਪਣਾ ਚੈੱਕ ਦਾ ਫਾਰਮੈਟ। ਐਂਡ ਹੁਣ ਆਪਾਂ ਚੈੱਕ ਨੂੰ ਡੈਫੀਨੇਸ਼ਨ ਦੇ ਅਕੋਰਡਿੰਗ ਦੇਖੀਏ। A check refers to an instrument in written which contains an unconditional order addressed to a banker and is signed by a person who has deposited his money with the banker. ਇੱਕ ਪਰਸਨ ਨੇ ਆਪਣੇ ਬੈਂਕ ਦੇ ਖਾਤੇ ਦੇ ਵਿੱਚ ਕੁਝ ਪੈਸੇ ਜਮ੍ਹਾਂ ਕਰਵਾਏ ਹੋਏ ਨੇ, ਉਸ ਪਰਸਨ ਨੇ ਕਿਸੇ ਥਰਡ ਪਾਰਟੀ ਨੂੰ ਪੇਮੈਂਟ ਕਰਨੀ ਹੈ ਤਾਂ ਉਸ ਪਰਸਨ ਦੇ ਨਾਮ ਤੇ ਚੈੱਕ ਕੱਟ ਕੇ ਦੇ ਦੇਗਾ ਤਾਂ ਕਿ ਬੈਂਕਰ ਜੋ ਹੈ ਉਸ ਜੋ ਪਰਸਨ ਨੇ ਚੈੱਕ ਕੱਟਿਆ ਹੈ ਉਸਦੇ ਅਕਾਊਂਟ ਦੇ ਵਿੱਚੋਂ ਪੈਸੇ ਡਿਟੈਕਟ ਕਰਕੇ ਜਿਸ ਪਰਸਨ ਦੇ ਨਾਮ ਤੇ ਕੱਟਿਆ ਹੈ ਉਸਦੇ ਖਾਤੇ ਦੇ ਵਿੱਚ ਟ੍ਰਾਂਸਫਰ ਕਰ ਦਿੰਦਾ ਹੈ। This order requires the banker to pay a certain sum of money on demand only to the bearer of check, person holding the check, or to any other person who is specifically to be paid as per instructions given. ਹੁਣ ਬੈਂਕ ਨੂੰ ਆਪਾਂ ਇੰਸਟਰਕਸ਼ਨ ਦਿੱਤੀਆਂ ਹੋਈਆਂ ਨੇ ਕਿ ਅਗਰ ਇਸ ਤਰ੍ਹਾਂ ਦਾ ਪਰਸਨ ਕੋਈ ਆਂਦਾ ਉਸ ਨੂੰ ਮੈਂ ਚੈੱਕ ਕੱਟ ਕੇ ਦਿੱਤਾ ਹੈ ਤਾਂ ਉਹ ਮੇਰੇ ਖਾਤੇ ਦੇ ਵਿੱਚੋਂ ਚੈੱਕ ਕੱਟ ਕੇ ਉਸ ਦੀ ਜਗ੍ਹਾ ਤੇ ਦੂਸਰੇ ਪਰਸਨ ਦੇ ਖਾਤੇ ਦੇ ਵਿੱਚ ਮਨੀ ਟ੍ਰਾਂਸਫਰ ਕਰ ਦੇਗਾ। ਐਂਡ ਅਗਰ ਸਪੋਜ਼ ਕਰੋ ਆਪਾਂ RTGS ਵਗੈਰਾ ਨੈਫਟ ਵਗੈਰਾ ਕਰਵਾਉਣੇ ਆ ਤਾਂ ਉਸ ਦੇ ਲਈ ਕੀ ਹੈ ਕਿ ਬੈਂਕ ਜਿਹੜਾ ਕੁਝ ਚਾਰजेस ਕੱਟਦਾ ਹੈ ਉਹ ਚਾਰजेस ਆਈਦਰ ਤੁਸੀਂ ਚੈੱਕ ਦੇ ਉੱਤੇ ਮੈਂਸ਼ਨ ਕਰ ਦਿੰਦੇ ਹੋ, ਆਈਦਰ ਬੈਂਕ ਦੇ ਵਿੱਚੋਂ ਤੁਹਾਡੇ ਅਕਾਊਂਟ ਦੇ ਵਿੱਚੋਂ ਆਟੋਮੈਟਿਕਲੀ ਉਹਨੇ ਚਾਰजेस ਨੇ ਜਿਹੜੇ ਉਹ ਡਿਡਕਟ ਕਰ ਲਿੱਤੇ ਜਾਂਦੇ ਨੇ। ਸੋ ਥੀਸ ਆਰ ਚੈਕਸ। ਇਹ ਥਰਡ ਨੈਗੋਸ਼ੀਏਬਲ ਇਨਸਟਰੂਮੈਂਟ। ਨਾਓ ਆਪਾਂ ਚੈੱਕ ਨੂੰ ਥੋੜਾ ਜਿਹਾ ਹੋਰ ਡਿਟੇਲ ਦੇ ਵਿੱਚ ਦੇਖਾਂਗੇ, MICR ਕੋਡ ਨੂੰ ਅੰਡਰਸਟੈਂਡ ਕਰਾਂਗੇ, ਟਾਈਪ ਆਫ ਚੈਕਸ ਨੂੰ ਪੜਾਂਗੇ। ਨਾਓ ਦ ਟਾਈਪਸ ਆਫ ਚੈਕ। ਚੈੱਕ ਕਿੰਨੇ ਤਰ੍ਹਾਂ ਦਾ ਹੁੰਦਾ ਹੈ, ਕਿਸ ਟਾਈਪ ਦੇ ਚੈੱਕ ਨੂੰ ਆਪਾਂ ਕੀ ਬੋਲਦੇ ਹਾਂ। ਫਰਸਟ ਇਜ਼ ਆਰਡਰ ਚੈੱਕ। A check payable to a particular person or his order is called order check. ਜਦੋਂ ਆਪਾਂ ਕਿਸੇ ਪਰਸਨ ਦੇ ਨਾਮ ਤੇ ਜਾਂ ਕਿਸੇ ਨੂੰ ਆਰਡਰ ਤੇ ਚੈੱਕ ਦਿੰਨੇ ਆ that is called order check. ਸਪੋਜ਼ ਕਰੋ ਮੈਂ ਆਪਣਾ ਨਾਮ ਹੀ ਲਿਖ ਲਿਆ ਤਾਂ ਉਹ ਚੈੱਕ ਮੈਨੂੰ ਹੀ ਮਿਲੇਗਾ। ਮੈਂ ਸੈਲਫ ਵੀ ਲਿਖ ਸਕਦਾ, ਮੈਂ ਆਪਣਾ ਨਾਮ ਵੀ ਲਿਖ ਸਕਦਾ, that is called order check. Next ਹੈ bearer check. A check payable to a person whosoever bears. यानी कि जिस बंदे का नाम लिख दिए अपने तो इलावा अगर मैं किसी का भी नाम लिखता तो चैक उसी नूं ही मिलेगा। उस परसन के नाम ते आपां ने चैक कट्टिया तो वो परसन बैंक च जाके चैक तो पेमेंट है कि कैश ले सकता है। नैक्सट इज ब्लैंक चैक।
ਬਲੈਂਕ ਚੈੱਕ ਕੀ ਹੁੰਦਾ ਜੀ, ਅਗਰ ਸਾਰੇ ਦੇ ਸਾਰੇ ਕਾਲਮ ਖਾਲੀ ਨੇ, ਮੈਂ ਅਗਰ ਆਪਣੇ ਚੈੱਕ ਤੇ ਸਿਰਫ ਸਾਈਨ ਕਰਕੇ ਕਿਸੇ ਨੂੰ ਦੇ ਦਾਂ, that is called blank check। ਹੁਣ ਉਹ ਪਰਸਨ ਬਲੈਂਕ ਚੈੱਕ ਦੇ ਵਿੱਚ ਜਿੰਨੀ ਮਰਜ਼ੀ ਅਮਾਉਂਟ ਫਿਲ ਕਰ ਸਕਦਾ ਜਿਸ ਨੂੰ ਮੈंने ਚੈੱਕ ਦਿੱਤਾ ਹੈ, ਐਂਡ ਜਿਹੜੀ ਮਰਜ਼ੀ ਡੇਟ ਉਸ ਦੇ ਉੱਤੇ ਫਿਲ ਕਰ ਸਕਦਾ ਹੈ। ਫਰੈਂਡਸ ਕਮੈਂਟ ਕਰਕੇ ਦੱਸਿਓ ਇੱਕ ਚੈੱਕ ਦੀ ਵੈਲਿਡਿਟੀ ਕਿੰਨੇ ਮੰਥ ਦੀ ਹੁੰਦੀ ਹੈ। ਅਗਰ ਇੱਕ ਵਾਰ ਚੈੱਕ ਇੰਨੇ ਮੰਥ ਤੋਂ ਜ਼ਿਆਦਾ ਹੋ ਗਿਆ ਤਾਂ ਉਹ ਚੈੱਕ ਹੈ ਜਿਹੜਾ ਐਕਸਪਾਇਰ ਹੋ ਜਾਂਦਾ। ਮੇਰੇ ਕੁਐਸਚਨ, ਤੁਹਾਡੇ ਕੁਐਸਚਨ ਦਾ ਆਨਸਰ ਅਗਲੇ ਹੀ ਪੁਆਇੰਟ ਦੇ ਵਿੱਚ ਤੁਹਾਨੂੰ ਕਲੀਅਰ ਹੋ ਰਿਹਾ ਹੈ। ਸਟੇਲ ਚੈੱਕ which is more than 3 months old, ਜਦੋਂ ਚੈੱਕ 3 ਮਹੀਨੇ ਪੁਰਾਣਾ ਹੋ ਜਾਂਦਾ ਹੈ। ਮੰਨ ਲਓ ਅਗਰ ਮੈंने ਚੈੱਕ ਦੇ ਉੱਪਰ ਡੇਟ ਲਿਖਤੀ 1 ਜੂਨ 2021 ਐਂਡ ਅਗਰ ਮੈਂ ਉਸ ਨੂੰ ਜੁਲਾਈ, ਅਗਸਤ, ਸਤੰਬਰ ਦੀ 1 ਤਰੀਕ ਤੱਕ ਨਹੀਂ ਕਰਵਾਉਂਦਾ, ਪਾਸ ਕਰਵਾਉਂਦਾ ਜਾਂ ਵਿਡਰਾ ਨਹੀਂ ਕਰਵਾਉਂਦਾ ਮਨੀ, ਤਾਂ ਉਹ ਚੈੱਕ ਹੈ ਜਿਹੜਾ ਮੇਰਾ ਸਟੇਲ ਚੈੱਕ ਹੋ ਜਾਏਗਾ, 3 ਮਹੀਨੇ ਪੁਰਾਣਾ ਚੈੱਕ ਹੋ ਜਾਏਗਾ ਐਂਡ ਉਸਦੀ ਕੋਈ ਵੀ ਵੈਲਿਊ ਨਹੀਂ ਹੋਏਗੀ। ਨੈਕਸਟ ਇਜ਼ ਮਲਟੀਲੇਟਡ ਚੈੱਕ। ਅਗਰ ਕਿਸੇ ਚੈੱਕ ਨੂੰ 2 ਜਾਂ 2 ਤੋਂ ਵੱਧ ਪੀਸਿਸ ਦੇ ਵਿੱਚ ਤੋਂ ਪਾੜ ਦਿੱਤਾ ਜਾਵੇ, that is called multi-latered check। Now next is post-dated check, a check which bears a date later than the date of issue। Let us suppose ਅੱਜ 21 ਜੁਲਾਈ ਹੈ, ਅਗਰ 21 ਜੁਲਾਈ ਨੂੰ ਮੈंने ਇੱਕ ਚੈੱਕ ਕੱਟ ਕੇ ਦਿੱਤਾ ਐਂਡ ਚੈੱਕ ਦੇ ਉੱਤੇ ਡੇਟ ਪਾਤੀ 25 ਜੁਲਾਈ। ਹੁਣ ਜਿੰਨਾ ਟਾਈਮ 25 ਜੁਲਾਈ ਨਹੀਂ ਆਉਂਦੀ ਉਹਨਾਂ ਟਾਈਮ ਉਹ ਪਰਸਨ ਚੈੱਕ ਨੂੰ ਵਿਡਰਾ ਨਹੀਂ ਕਰਵਾ ਸਕਦਾ, ਚੈੱਕ ਨੂੰ ਕਲੀਅਰ ਨਹੀਂ ਕਰਵਾ ਸਕਦਾ। ਸੋ ਜਦੋਂ ਆਪਾਂ ਗਾਹਾਂ ਦੀ ਡੇਟ ਪਾ ਕੇ ਕੋਈ ਚੈੱਕ ਕਿਸੇ ਨੂੰ ਇਸ਼ੂ ਕਰ ਦਿੰਦੇ ਆ, that is called post dated check। now next is open check। what is open check? ਜਿਹੜਾ ਚੈੱਕ ਦੇ ਉੱਤੇ ਕੋਈ ਵੀ ਕ੍ਰਾਸਿੰਗ ਨਹੀਂ ਕੀਤੀ ਹੋਈ, that is called open check। and next is very important, crossed check। ਨਾउ ਆਪਾਂ ਨੇ ਪੜਿਆ ਕਿ ਕੋਈ ਵੀ ਚੈੱਕ ਜਿਸ ਉੱਤੇ ਕ੍ਰਾਸਿੰਗ ਨਹੀਂ ਹੈ ਉਹ ਓਪਨ ਚੈੱਕ ਹੈ। ਓਪਨ ਚੈੱਕ ਦਾ ਮਤਲਬ ਹੈ ਕਿ ਜੋ ਚੈੱਕ ਹੈ ਉਹ ਕੈਸ਼ ਪੇਮੈਂਟ ਉਸਦੀ ਮਿਲ ਜਾਏਗੀ। ਅਗਰ ਕੋਈ ਚੈੱਕ ਦੇ ਉੱਪਰ ਕ੍ਰਾਸਿੰਗ ਕੀਤੀ ਜਾਂਦੀ ਹੈ ਤਾਂ ਕੋਈ ਵੀ ਚੈੱਕ ਦੀ ਪੇਮੈਂਟ ਹੈ ਜਿਹੜੀ ਉਹ ਤੁਹਾਨੂੰ ਕੈਸ਼ ਨਹੀਂ ਮਿਲਦੀ, ਉਹ ਪੇਮੈਂਟ ਹੈ ਜਿਹੜੀ ਤੁਹਾਡੇ ਅਕਾਊਂਟ ਦੇ ਵਿੱਚ ਹੀ ਟ੍ਰਾਂਸਫਰ ਹੋਏਗੀ। ਚੈੱਕ ਦੇ ਉੱਪਰ ਮੈਂ ਚੈੱਕ ਦੀ ਫੋਟੋ ਤੁਹਾਨੂੰ ਦੁਬਾਰਾ ਦਿਖਾਉਣ ਲੱਗਿਆ। ਚੈੱਕ ਦੇ ਉੱਪਰ ਜਿੱਥੇ ਰਿਜ਼ਰਵ ਬੈਂਕ, ਸਟੇਟ ਬੈਂਕ ਆਫ ਇੰਡੀਆ ਲਿਖਿਆ ਹੈ ਉੱਥੇ 2 ਪੈਰਲਲ ਲਾਈਨ ਡਰਾ ਕਰਦਾ। ਜਦੋਂ 2 ਪੈਰਲਲ ਲਾਈਨ ਡਰਾ ਕਰਾਂਗੇ ਇਸ ਦਾ ਮਤਲਬ ਕੀ ਹੈ ਕਿ ਜੇ ਚੈੱਕ ਦੀ ਜੋ ਅਮਾਉਂਟ ਹੈ ਉਹ ਕੈਸ਼ ਨਹੀਂ ਹੋ ਸਕੇਗੀ, ਉਹ ਅਕਾਊਂਟ ਦੇ ਵਿੱਚ ਹੀ ਟ੍ਰਾਂਸਫਰ ਹੋਏਗੀ ਦੂਸਰੇ ਪਰਸਨ ਦੇ ਜਿਸ ਦਾ ਨਾਮ ਲਿਖਿਆ ਹੋਏਗਾ, ਜਿਸ ਨੂੰ ਆਪਾਂ ਚੈੱਕ ਕੱਟ ਕੇ ਦਿੱਤਾ ਹੈ, ਔਰ ਉਸਦੇ ਅਕਾਊਂਟ 'ਚ ਜਾਣ ਤੋਂ ਬਾਅਦ ਉਹ ਪਰਸਨ ਆਪਣਾ ਕੈਸ਼ ਲੈ ਸਕਦਾ ਹੈ। ਸੋ ਦਿਸ ਇਜ਼ ਕਾਲਡ ਕ੍ਰਾਸਡ ਚੈੱਕ। ਆਈ ਹੋਪ ਤੁਹਾਨੂੰ ਟਾਈਪਸ ਆਫ ਚੈੱਕ ਹੈ ਜਿਹੜੇ ਉਹ ਡਿਟੇਲ ਦੇ ਵਿੱਚ ਕਲੀਅਰ ਹੋ ਗਏ ਹੋਣਗੇ। ਨਾਓ ਨੈਕਸਟ ਆਪਾਂ ਸਿੱਖਣ ਲੱਗੇ ਜੀ ਚੈੱਕ ਦੇ ਉੱਪਰ ਲਿਖਿਆ ਹੋਇਆ 9 ਡਿਜਿਟ ਦਾ MICR ਕੋਡ। ਸੋ what is the definition, full form of MICR? This is magnetic ink character recognition। I repeat, magnetic ink character recognition। It is a 9 digit code। ਇਹ 9 ਅੱਖਰਾਂ ਦਾ ਕੋਡ ਹੈ। ਇਸ 9 ਅੱਖਰਾਂ ਨੂੰ ਆਪਾਂ 3 ਪਾਰਟਸ ਦੇ ਵਿੱਚ ਡਿਵਾਈਡ ਕਰਦੇ ਹਾਂ। मैं दोबारा तो ਤੁਹਾਨੂੰ ਚੈੱਕ ਡਿਸਪਲੇ ਕਰਨ ਲੱਗੇ ਹਾਂ। 9 ਡਿਜਿਟਸ ਦਾ MICR ਕੋਡ ਨੀਚੇ ਲਿਖਿਆ ਹੋਇਆ ਹੈ 695002 ਸੋ 333 ਦੇ 3 ਆਪਾਂ ਪਾਰਟੀਸ਼ਨਸ ਕਰ ਲਾਂਗੇ। ਜੋ ਫਸਟ 3 ਡਿਜਿਟਸ ਨੇ ਉਹ ਰਿਪਰੈਜ਼ੈਂਟ ਕਰਦੇ ਨੇ ਸਿਟੀ ਦੇ ਨਾਮ ਨੂੰ ਜਾਂ ਡਿਸਟ੍ਰਿਕਟ ਦੇ ਨਾਮ। ਲਾਈਕ ਲੈਟ ਅਸ ਸਪੋਜ਼ ਮੈਂ ਬਰਨਾਲੇ ਦੀ ਗੱਲ ਕਰ ਰਿਹਾ ਤਾਂ ਸ਼ਹਿਰ ਦਾ ਕੋਡ ਬਰਨਾਲੇ ਦਾ ਕੋਡ ਅਲੱਗ ਹੋਏਗਾ, ਸੰਗਰੂਰ ਦਾ ਕੋਡ ਅਲੱਗ ਹੋਏਗਾ, ਪਟਿਆਲੇ ਦਾ ਕੋਡ ਅਲੱਗ ਹੋਏਗਾ, ਬਠਿੰਡੇ ਦਾ ਕੋਡ ਅਲੱਗ ਹੋਏਗਾ। लेकिन बरनाले का जो कोड होएगा उदियां पहले 3 अक्षर उत्थे लिखे गए होंगे अगर बरनाले का चेक करता। नेक्स्ट 3 डिजिट्स ने जो वो नेम ऑफ द बैंक, जिस तरह की अपने शहर दे विच बहुत सारे बैंक ने, SBI है, PNB है, OBC बैंक है, राइट। जिन्ने भी बैंक ने सारे दे सारे बैंकों का बैंक कोड यूनिक होता है। सो शहर का ना दा कोड, उस तो बाद आ गया बैंक का कोड, नेम ऑफ द बैंक यानी कि बैंक का कोड आ जाएगा। लास्ट 3 डिजिट्स ने दैट इज द ब्रांच नेम और द लोकेशन ऑफ ब्रांच। फॉर एग्जांपल बरनाला शहर दे विच स्टेट बैंक ऑफ इंडिया ਦੀਆਂ 7 ब्रांचेस, 7 ब्रांचेस ने, शहर ਤਾਂ ਇੱਕ ਹੈ, बैंक ਇੱਕ ਹੈ, लेकिन ब्रांचेस 7 ਨੇ। इट मीनस बरनाले ਦੀਆਂ ਜਿੰਨੀਆਂ ਵੀ 7 ਦੀਆਂ 7 ब्रांचेस ਹੋਣਗੀਆਂ ਉਹਨਾਂ ਦੇ ਪਹਿਲੇ 6 ਅੱਖਰ ਸੇਮ ਹੋਣਗੇ, 3 ਅੱਖਰ ਸਿਟੀ ਵਾਲੇ ਸੇਮ ਹੋਣਗੇ, 3 ਅੱਖਰ बैंक वाले सेम होंगे, लेकिन जो लास्ट वाले 3 ਅੱਖਰ होंगे वो हर एक ब्रांच का अपना अपना कोड होएगा, वो सब दे सेपरेट होंगे।
सो दिस इज MICR कोड, मैग्नेटिक इंक करैक्टर रिकॉग्निशन कोड, जो कि चेक ਦੇ ਉੱਪਰ 9 ਡਿਜਿਟਸ ਦਾ ਮੈਂਸ਼ਨ ਹੁੰਦਾ ਹੈ। ਇਸ ਦੇ ਨਾਲ ਤੁਹਾਨੂੰ ਕੀ ਪਤਾ ਲੱਗਦਾ ਹੈ, ਇਸ ਦੇ ਨਾਲ ਇਹ ਪਤਾ ਲੱਗਦਾ ਕਿ ਜੋ ਚੈੱਕ ਹੈ ਉਹ ਕਿਹੜੇ ਸ਼ਹਿਰ ਦਾ ਚੈੱਕ ਹੈ, ਕਿਹੜੇ ਬੈਂਕ ਦਾ ਚੈੱਕ ਹੈ ਐਂਡ ਉਸ ਬੈਂਕ ਦੀ ਕਿਹੜੀ ਬ੍ਰਾਂਚ ਦਾ ਚੈੱਕ ਹੈ। ਸੋ ਫਰੈਂਡਸ, ਇਹ ਸੀ ਪੂਰੀ ਦੀ ਪੂਰੀ ਡਿਟੇਲ ਨੈਗੋਸ਼ੀਏਬਲ ਇੰਸਟਰੂਮੈਂਟ ਟੌਪਿਕ ਦੇ ਉੱਪਰ। ਆਈ ਹੋਪ ਤੁਹਾਨੂੰ ਵੀਡੀਓ ਬਹੁਤ ਪਸੰਦ ਆਈ ਹੋਵੇਗੀ। अगर ਤੁਹਾਨੂੰ मेरी वीडियो पसंद आ रही है तो मेरे YouTube चैनल ਨੂੰ सब्सक्राइब करो, ज़्यादा तो ज़्यादा अपने फ्रेंड्स ਦੇ ਨਾਲ ਇਸ ਨੂੰ शेयर करो ताकि इसी तरह मैं ਤੁਹਾਡੇ ਲਈ ਵੀਡੀਓਜ਼ ਲੈ ਕੇ ਆਂਦਾ ਰਹਾਂ। ਸੋ ਅੱਜ ਲਈ ਇੰਨਾ ਹੀ। थैंक यू सो मच।